ਗੁਰਜੀਤ ਸਿੰਘ ਸੰਧੂ ਜੋ ਕਿ ਇਸ ਸਮੇਂ ਪੁਰਤਗਾਲ ਦੇ ਵਿੱਚ ਇੱਕ ਰੈਸਟੋਰੈਂਟ ਦੇ ਮਾਲਕ ਹਨ, ਉਹਨਾਂ ਨੇ ਆਪਣੇ ਪਰਿਵਾਰ ਦੀ ਇੱਕ ਅਜਿਹੀ ਘਟਨਾ ਸਾਂਝੀ ਕੀਤੀ ਹੈ ਜੋ ਤੁਹਾਨੂੰ ਵੀ ਹਿਲਾ ਕੇ ਰੱਖ ਦੇਵੇਗੀ। ਗੁਰਜੀਤ ਸਿੰਘ ਦੱਸਦੇ ਨੇ ਕਿ ਮੇਰੇ ਮਾਤਾ ਚਰਨ ਕੌਰ ਇੱਕ ਗਰੀਬ ਪਰਿਵਾਰ ਦੇ ਨਾਲ ਸੰਬੰਧ ਰੱਖਦੀ ਸੀ ਤੇ ਵਿਆਹ ਤੋਂ ਬਾਅਦ ਮੇਰੀ ਮਾਂ ਦੇ ਨਾਲ ਅਜਿਹਾ ਹੋਇਆ ਜੋ ਆਪਾਂ ਕਦੇ ਵੀ ਭੁੱਲ ਨਾ ਸਕਾਂਗੇ ਤੇ ਸ਼ਾਇਦ ਸੁਣ ਕੇ ਤੁਸੀਂ ਵੀ ਨਾ ਭੁੱਲ ਸਕੋਗੇ। ਗੁਰੂ ਦੀ ਨਗਰੀ ਸ਼੍ਰੀ ਫਤਿਹਗੜ੍ਹ ਸਾਹਿਬ ਗੁਰਦੁਆਰੇ ਸਾਹਿਬ ਤੋਂ ਕੁਝ ਕੁ ਦੂਰੀ ਤੇ ਹੀ ਸਾਡਾ ਘਰ ਸੀ। ਮੇਰੀ ਮਾਂ ਦੱਸਦੀ ਹੈ ਕਿ ਵਿਆਹ ਹੋ ਕੇ ਮੈਂ ਇੱਥੇ ਫਤਿਹਗੜ੍ਹ ਸਾਹਿਬ ਆਈ ਤੇ ਵਿਆਹ ਤੋਂ ਕੁਝ ਦਿਨ ਬਾਅਦ ਹੀ ਮੈਨੂੰ ਅਜੀਬ ਸੁਪਨੇ ਆਉਣ ਲੱਗੇ। ਇੱਕ ਦੋ ਦਿਨ ਤੇ ਫਿਰ ਪੂਰਾ ਹਫ਼ਤਾ, ਹੌਲੀ ਕਰ ਪੂਰਾ ਮਹੀਨਾ ਮੈਨੂੰ ਸੁਪਨੇ ਦੇ ਵਿੱਚ ਡਰਾਵਣੀਆਂ ਚੀਜ਼ਾਂ ਦਿਖਾਈ ਦਿੰਦੀਆਂ ਸੀ, ਹੋਰ ਕੁਝ ਵੀ ਨਹੀਂ। ਨੀਂਦ ਦੇ ਵਿੱਚ ਡਰ ਕੇ ਉੱਠਦੀ ਸੀ, ਕੱਪੜੇ ਪਸੀਨੇ ਨਾਲ ਭਰ ਜਾਂਦੇ ਸੀ। ਹੈਰਾਨੀ ਵਾਲੀ ਗੱਲ ਤਾਂ ਇਹ ਸੀ ਕਿ ਵਿਆਹ ਤੋਂ ਬਾਅਦ ਲਗਾਤਾਰ ਸਾਲ ਤੋਂ ਵੀ ਜ਼ਿਆਦਾ ਇਦਾਂ ਹੀ ਚੱਲਦਾ ਰਿਹਾ। ਹੁਣ ਮੈਂ ਆਪਣੇ ਘਰ ਵਾਲੇ ਨੂੰ ਕੀ ਦੱਸਦੀ ਤੇ ਆਖਰ ਮੈਨੂੰ ਉਹਨਾਂ ਸੁਪਨਿਆਂ ਦੀ ਆਦਤ ਹੀ ਪੈ ਗਈ। ਹੌਲੀ ਸਮਾਂ ਲੰਘਦਾ ਗਿਆ। ਇੱਕ ਦਿਨ ਮੇਰੇ ਪਤੀ ਨੇ ਮੈਨੂੰ ਕਿਹਾ ਕਿ ਮੈਂ ਇਮਾਨਦਾਰੀ ਦੇ ਨਾਲ ਮਿਹਨਤ ਵੀ ਕਰਦਾ ਹਾਂ, ਆਪਣਾ ਕੰਮ ਵੀ ਪੂਰਾ ਕਰਦਾ ਹਾਂ, ਪਰ ਗਰੀਬੀ ਦੂਰ ਨਹੀਂ ਹੁੰਦੀ। ਘਰ ਦਾ ਗੁਜ਼ਾਰਾ ਮਸਾ ਹੀ ਚੱਲਦਾ ਹੈ, ਨਾ ਕੋਈ ਬਰਕਤ ਤੇ ਨਾ ਕੋਈ ਸੁੱਖ ਸ਼ਾਂਤੀ। ਮੈਨੂੰ ਲੱਗਦਾ ਹੈ ਕਿ ਸਾਡੀ ਸਾਰੀ ਜ਼ਿੰਦਗੀ ਐਵੇਂ ਹੀ ਲੰਘ ਜਾਵੇਗੀ। ਉਸ ਸਮੇਂ ਤੱਕ ਮੇਰਾ ਵੀ ਜਨਮ ਹੋ ਚੁੱਕਿਆ ਸੀ ਤੇ ਮੈਂ 6-7 ਸਾਲਾਂ ਦਾ ਹੋਵਾਂਗਾ। ਮੇਰੇ ਪਿਤਾ ਨੇ ਕਿਹਾ ਕਿ ਸਾਡੀ ਸਾਰੀ ਉਮਰ ਐਵੇਂ ਹੀ ਲੰਘ ਗਈ ਗਰੀਬੀ ਦੇ ਵਿੱਚ, ਕਿਉਂ ਨਾ ਆਪਾਂ ਆਪਣੇ ਪੁੱਤਰ ਨੂੰ ਪੜ੍ਹਾ ਲਿਖਾ ਕੇ ਇਸ ਨਰਕ ਵਿੱਚੋਂ ਨਿਕਲਣ ਜੋਗਾ ਬਣਾ ਦਈਏ ਤਾਂ ਜੋ ਸਾਡੇ ਵਾਲੀ ਜ਼ਿੰਦਗੀ ਇਹ ਨਾ ਦੇਖ ਸਕੇ। ਮੈਨੂੰ ਅੱਜ ਵੀ ਯਾਦ ਹੈ ਮੇਰੇ ਪਿਤਾ ਜੀ ਦੀਆਂ ਉਹ ਗੱਲਾਂ। ਮੈਂ ਪੜ੍ਹਿਆ ਤੇ ਬਹੁਤ ਪੜ੍ਹਿਆ, 30 ਸਾਲਾਂ ਦਾ ਹੋ ਗਿਆ, ਪਰ ਮੈਨੂੰ ਨੌਕਰੀ ਨਾ ਮਿਲੀ ਤੇ ਆਖਿਰਕਾਰ ਮੈਂ ਦਿਮਾਗੀ ਪਰੇਸ਼ਾਨ ਹੋ ਗਿਆ ਤੇ ਹਰ ਵਕਤ ਮੈਂ ਰੋਂਦਾ ਹੀ ਰਹਿੰਦਾ ਸੀ। ਮੇਰੀ ਮਾਂ ਨੇ ਪੁੱਛਿਆ ਕਿ ਤੈਨੂੰ ਕੀ ਪਰੇਸ਼ਾਨੀ ਹੈ ਤੇ ਮੈਂ ਉਸ ਨੂੰ ਕਿਹਾ ਕਿ ਮੈਂ ਤੁਹਾਨੂੰ ਗਰੀਬੀ ਕੱਟਦੇ ਦੇਖਿਆ ਹੈ, ਇਸ ਲਈ ਮੈਂ ਇੰਨਾ ਪੜ੍ਹਿਆ ਤੇ ਮਿਹਨਤ ਕੀਤੀ, ਪਰ ਮੇਰੀ ਮਿਹਨਤ ਕਿਸੇ ਕੰਮ ਦੀ ਨਹੀਂ। ਮੈਨੂੰ ਲੱਗਦਾ ਹੈ ਕਿ ਮੇਰੀ ਜ਼ਿੰਦਗੀ ਵੀ ਇੰਜ ਹੀ ਗਰੀਬੀ ਦੇ ਵਿੱਚ ਨਿਕਲ ਜਾਵੇਗੀ। ਮੇਰੀ ਇਹ ਗੱਲ ਸੁਣ ਕੇ ਮੇਰੀ ਮਾਂ ਬਿਲਕੁਲ ਹੀ ਚੁੱਪ ਹੋ ਗਈ ਤੇ ਸੋਚਾਂ ਦੇ ਵਿੱਚ ਪੈ ਗਈ ਤੇ ਮੈਂ ਆਪਣੀ ਮਾਂ ਨੂੰ ਕਿਹਾ ਕਿ ਤੁਸੀਂ ਚੁੱਪ ਕਿਉਂ ਹੋ ਗਏ ਤੇ ਕੀ ਸੋਚ ਰਹੇ ਹੋ? ਤਾਂ ਮੇਰੀ ਮਾਂ ਕਹਿਣ ਲੱਗੀ, ਬਹੁਤ ਸਮਾਂ ਪਹਿਲਾਂ ਤੇਰੇ ਪਿਤਾ ਨੇ ਵੀ ਇਹੀ ਗੱਲ ਮੈਨੂੰ ਕਹੀ ਸੀ। ਲੱਗਦਾ ਸਾਰੀ ਉਮਰ ਇੰਨੀ ਮਿਹਨਤ ਦੇ ਬਾਵਜੂਦ ਵੀ ਸਾਡੀ ਉਮਰ ਗਰੀਬੀ ਦੇ ਵਿੱਚ ਹੀ ਨਿਕਲ ਜਾਵੇਗੀ ਤੇ ਹੋਇਆ ਵੀ ਇੰਜ ਹੀ। ਤੇ ਅੱਜ ਤੂੰ ਵੀ ਇੰਨੀ ਮਿਹਨਤ ਕਰਨ ਤੋਂ ਬਾਅਦ ਵੀ ਕੁਝ ਬਣ ਨਾ ਪਾਇਆ। ਇਹ ਗੱਲ ਸੋਚ ਕੇ ਮੈਂ ਘਬਰਾ ਰਹੀ ਹਾਂ। ਉਸ ਦਿਨ ਤੋਂ ਬਾਅਦ ਮੇਰੀ ਮਾਂ ਨੇ ਹਰ ਪੀਰ ਬਾਬੇ ਜੋਗੀ ਦਾ ਦਰ ਲੱਭਿਆ, ਪਰ ਗੱਲ ਨਾ ਬਣੀ। ਇੱਕ ਦਿਨ ਪਤਾ ਲੱਗਿਆ ਕਿ ਪਟਿਆਲੇ ਕੋਈ ਸੰਤ ਹਨ, ਉਹ ਹਰ ਇੱਕ ਬੰਦੇ ਦੀ ਸੁਣਦੇ ਤਾਂ ਹਨ ਪਰ ਬੋਲਦੇ ਕੁਝ ਵੀ ਨਹੀਂ ਤੇ ਨਾ ਹੀ ਕੁਝ ਦੱਸਦੇ ਨੇ। ਮੇਰੀ ਮਾਂ ਅਗਲੇ ਦਿਨ ਹੀ ਉਹਨਾਂ ਸੰਤਾਂ ਦੇ ਕੋਲ ਪਹੁੰਚ ਗਈ ਤੇ ਸੰਤਾਂ ਨੂੰ ਜਾ ਕੇ ਕਿਹਾ ਕਿ ਬਾਬਾ ਜੀ, ਸਾਡੇ ਘਰ ਗਰੀਬੀ ਹੈ ਤੇ ਹੁਣ ਮੇਰੀ ਔਲਾਦ ਵੀ ਉਸ ਗਰੀਬੀ ਦੇ ਕਾਰਨ ਹੀ ਮਰ ਰਹੀ ਹੈ। ਤੇ ਮੇਰੀ ਮਾਂ ਨੇ ਕਿਹਾ ਕਿ ਬਾਬਾ ਜੀ, ਮੈਨੂੰ ਸਾਰੀ ਉਮਰ ਡਰਾਵਣੇ ਸੁਪਨੇ ਆਉਂਦੇ ਰਹੇ ਅਤੇ ਅੱਜ 32 ਸਾਲ ਹੋ ਗਏ ਨੇ। ਕਿਤੇ ਸਾਡੀ ਗਰੀਬੀ ਦਾ ਕਾਰਨ ਜੋ ਸੁਪਨੇ ਵਿੱਚ ਆਉਂਦੇ ਨੇ ਉਹੀ ਤਾਂ ਨਹੀਂ ਜੋ ਮੇਰੇ ਸੁਪਨੇ ਵਿੱਚ ਆ ਕੇ ਮੈਨੂੰ ਕੋਈ ਇਸ਼ਾਰਾ ਕਰਦੇ ਨੇ। ਮੇਰੀ ਗੱਲ ਸੁਣ ਕੇ ਸੰਤ ਕੁਝ ਵੀ ਨਾ ਬੋਲੇ। ਮੇਰੀ ਮਾਂ ਨੇ ਕਿਹਾ, ਬਾਬਾ ਜੀ, ਮੈਂ ਸੁਣਿਆ ਸੀ ਕਿ ਤੁਸੀਂ ਕੁਝ ਵੀ ਨਹੀਂ ਦੱਸਦੇ, ਫਿਰ ਵੀ ਮੈਂ ਫਰਿਆਦ ਲੈ ਕੇ ਆਈ। ਉਹ ਇਸ ਕਰਕੇ ਕਿਉਂਕਿ ਮੈਂ ਇਹ ਵੀ ਸੁਣਿਆ ਸੀ ਕਿ ਗੁਰੂ ਘਰ ਦੇ ਘਰੋਂ ਕੋਈ ਖਾਲੀ ਨਹੀਂ ਮੁੜਦਾ। ਮੇਰੀ ਮਾਂ ਦੀ ਇਹ ਗੱਲ ਸੁਣ ਕੇ ਸੰਤਾਂ ਨੇ ਝੱਟ ਹੀ ਕਹਿ ਦਿੱਤਾ ਕਿ ਤੁਸੀਂ ਗਏ ਹੀ ਕਦੋਂ ਹੋ ਗੁਰੂ ਘਰ? ਤੁਸੀਂ ਤਾਂ ਇੱਥੇ ਮੇਰੇ ਕੋਲ ਆਏ ਹੋ, ਨਾਲ ਖੁਦ ਗੁਰੂ ਦੀ ਨਗਰੀ ਦੇ ਵਿੱਚ ਰਹਿੰਦੇ ਹੋ, ਪਰ ਕਦੇ ਸਾਹਿਬਜ਼ਾਦਿਆਂ ਦੇ ਦਰਬਾਰ ਨਹੀਂ ਗਏ। ਇੰਨਾ ਕਹਿ ਕੇ ਸੰਤ ਚਲੇ ਗਏ ਤੇ ਮੇਰੀ ਮਾਂ ਦੇ ਦਿਲ ਦੇ ਵਿੱਚ ਉਹ ਗੱਲ ਵੱਜੀ। 32 ਸਾਲ ਹੋ ਗਏ ਸੀ ਮੇਰੀ ਮਾਂ ਤੇ ਮੇਰੇ ਪਿਤਾ ਤੇ ਮੇਰੇ ਪਰਿਵਾਰ ਇੱਕ ਵੀ ਵਾਰ ਫਤਿਹਗੜ੍ਹ ਸਾਹਿਬ ਨਹੀਂ ਗਿਆ ਸੀ, ਜੋ ਬੜੀ ਹੀ ਹੈਰਾਨੀ ਵਾਲੀ ਗੱਲ ਸੀ। ਹੁਣ ਮੇਰੀ ਮਾਂ ਨੂੰ ਇਸ਼ਾਰਾ ਤਾਂ ਮਿਲ ਹੀ ਚੁੱਕਿਆ ਸੀ ਤੇ ਆਪਾਂ ਆਪਣੇ ਪਰਿਵਾਰ ਦੇ ਨਾਲ ਸ਼੍ਰੀ ਫਤਿਹਗੜ੍ਹ ਸਾਹਿਬ ਜਾਣਾ ਸ਼ੁਰੂ ਕਰ ਦਿੱਤਾ। ਮੇਰੀ ਮਾਂ ਨੇ ਕਿਹਾ ਕਿ ਸੰਤ ਇਸ਼ਾਰਾ ਕਰ ਗਏ, ਆਪਾਂ ਤਾਂ ਸਾਰੀ ਉਮਰ ਬਾਬਿਆਂ ਦੇ ਪਿੱਛੇ ਹੀ ਭੱਜਦੇ ਰਹੇ, ਪਰ ਕਦੇ ਗੁਰੂ ਘਰ ਸੀਸ ਝੁਕਾਉਣ ਨਹੀਂ ਆਏ।
ਤੇ ਨਾ ਹੀ ਉਹਨਾਂ ਦੇ ਦਰਸ਼ਨ ਕੀਤੇ। ਅਸਲ ਵਿੱਚ ਗਰੀਬੀ ਤੇ ਕਲੇਸ਼ ਨੇ ਕਦੇ ਉਸ ਪਾਸੇ ਦਿਮਾਗ ਜਾਣ ਹੀ ਨਹੀਂ ਦਿੱਤਾ। ਮੇਰੀ ਮਾਤਾ ਪਿਤਾ ਤੇ ਮੈਂ ਗੁਰੂ ਘਰ ਗਏ। ਉੱਥੇ ਜਾ ਕੇ ਕੀਰਤਨ ਸੁਣਨਾ ਤੇ 2-2 ਘੰਟੇ ਪਾਠ ਪੜ੍ਹਨਾ। ਉਦਾਂ ਹੀ ਕਰਦੇ ਕਰਦੇ 10 ਦਿਨ ਨਿਕਲ ਗਏ। ਬਾਣੀ ਦੇ ਵਿੱਚ ਦਿਲ ਵੀ ਲੱਗਣ ਲੱਗਿਆ ਤੇ ਜੋ ਘਰ ਦੇ ਵਿੱਚ ਕਲੇਸ਼ ਰਹਿੰਦਾ ਸੀ, ਪਰ ਬਾਣੀ ਪੜਨ ਤੋਂ ਬਾਅਦ ਉਹ ਵੀ ਮਨ ਸ਼ਾਂਤ ਹੋ ਗਿਆ। ਤੇ ਫਿਰ 3 ਮਹੀਨੇ ਇੰਜ ਹੀ ਜਪਜੀ ਸਾਹਿਬ ਦਾ ਪਾਠ ਪੜ੍ਹਦਿਆਂ ਉੱਥੇ ਦਿਲ ਲੱਗਿਆ। ਇੱਕ ਦਿਨ ਮੇਰੀ ਮਾਂ ਨੇ ਦੱਸਿਆ ਕਿ ਮੈਂ ਜਦੋਂ ਗੁਰੂ ਘਰ ਗਈ, ਜਿਵੇਂ ਹੀ ਮੈਂ ਮੂੰਹ ਦੇ ਵਿੱਚ ਅੰਮ੍ਰਿਤ ਜਲ ਪਾਉਣ ਦੇ ਲਈ ਝੁਕੀ ਤੇ ਸਰੋਵਰ ਦੇ ਪਾਣੀ ਦੇ ਵਿੱਚੋਂ ਇੱਕ ਲਿਸ਼ਕੌਰ ਨੇ ਮੇਰੀਆਂ ਅੱਖਾਂ ਬੰਦ ਕਰ ਦਿੱਤੀਆਂ ਤੇ ਮੈਨੂੰ ਆਪਣਾ ਚਿਹਰਾ ਜਲ ਦੇ ਵਿੱਚ ਦਿਖਾਈ ਦਿੱਤਾ। ਮੇਰੀ ਅੱਖਾਂ ਦੇ ਵਿੱਚ ਅਜੀਬ ਜਿਹੀ ਚਮਕ ਸੀ, ਜਿਵੇਂ ਕੋਈ ਡਰਾਵਣੀ ਅੱਖਾਂ ਚਮਕਦੀਆਂ ਹੋਣ। ਦੇਖਦੇ ਹੀ ਦੇਖਦੇ ਮੇਰੇ ਚਿਹਰਾ ਵੀ ਡਰਾਵਣੀ ਚੀਜ਼ ਵਾਂਗੂ ਦਿਖਾਈ ਦੇਣ ਲੱਗਾ ਤੇ ਪੂਰਾ ਸਰੀਰ ਵੀ ਡਰਾਵਣਾ ਜਿਹਾ ਬਣ ਗਿਆ। ਪਰ ਇਹ ਸਭ ਕੁਝ ਮੇਰਾ ਇੱਕ ਸੁਪਨਾ ਹੀ ਸੀ। ਸੁਪਨੇ ਤਾਂ ਮੈਨੂੰ ਹਰ ਰੋਜ਼ ਹੀ ਆਉਂਦੇ ਸੀ, ਪਰ ਇਸ ਵਾਰ ਕੁਝ ਅਲੱਗ ਸੁਪਨਾ ਆਇਆ ਸੀ ਜੋ ਫਤਿਹਗੜ੍ਹ ਸਾਹਿਬ ਗੁਰੂ ਘਰ ਦੇ ਨਾਲ ਜੁੜਿਆ ਹੋਇਆ ਸੀ। ਅਗਲੇ ਦਿਨ ਹੀ ਮੈਂ ਪਟਿਆਲੇ ਸੰਤਾਂ ਦੇ ਕੋਲ ਗਈ ਤੇ ਦੱਸਿਆ ਕਿ ਬਾਬਾ ਜੀ, ਫਤਿਹਗੜ੍ਹ ਸਾਹਿਬ ਸਰੋਵਰ ਦੇ ਵਿੱਚ ਮੈਂ ਆਪਣੇ ਆਪ ਨੂੰ ਇੱਕ ਡਰਾਵਣੇ ਰੂਪ ਵਿੱਚ ਦੇਖਿਆ। ਬਾਣੀ ਪੜ੍ਹਦਿਆਂ ਵੀ ਸਾਡੇ ਨਾਲ ਅਜਿਹਾ ਹੋ ਰਿਹਾ ਹੈ। ਮੇਰੀ ਗੱਲ ਸੁਣ ਕੇ ਬਾਬਾ ਜੀ ਨੇ ਕਿਹਾ ਕਿ ਅੱਜ ਤੋਂ ਬਾਅਦ ਤੈਨੂੰ ਡਰਾਵਣੇ ਸੁਪਨੇ ਨਹੀਂ ਆਉਣਗੇ ਤੇ ਤੁਹਾਡੀ ਗਰੀਬੀ ਵੀ ਹੌਲੀ-ਹੌਲੀ ਦੂਰ ਹੋ ਜਾਵੇਗੀ। ਮੈਂ ਪੁੱਛਿਆ, ਬਾਬਾ ਜੀ ਅਜਿਹਾ ਕਿਉਂ ਹੁੰਦਾ ਹੈ? ਡਰਾਵਣੀਆਂ ਚੀਜ਼ਾਂ ਦਾ ਸਾਡੇ ਨਾਲ ਕੀ ਸੰਬੰਧ ਹੈ? ਤੇ ਬਾਬਾ ਜੀ ਨੇ ਕਿਹਾ ਕਿ ਜਦੋਂ ਤੂੰ ਛੋਟੀ ਸੀ, ਤੇਰੇ ਪਿਤਾ ਦੇ ਘਰ ਪਹਿਲਾਂ ਇੱਕ ਕੁੜੀ ਨੇ ਜਨਮ ਲਿੱਤਾ ਸੀ। ਉਹ ਕਾਫੀ ਬਿਮਾਰ ਰਹਿੰਦੀ ਸੀ। ਬਿਮਾਰ ਹੋਣ ਤੋਂ ਬਾਅਦ ਉਸ ਦੀ ਮੌਤ ਹੋ ਗਈ। ਤੇਰੇ ਘਰ ਵਾਲਿਆਂ ਨੇ ਸੰਸਕਾਰ ਕਰਨ ਤੋਂ ਬਾਅਦ ਉਸ ਦਾ ਕੁਝ ਵੀ ਨਹੀਂ ਕੀਤਾ ਤੇ ਨਾ ਹੀ ਉਸ ਦੀ ਗਤੀ ਹੋਈ ਤੇ ਸੁਪਨਿਆਂ ਦੇ ਰੂਪ ਵਿੱਚ ਉਹ ਤੇਰੀ ਜ਼ਿੰਦਗੀ ਦੇ ਵਿੱਚ ਆਈ ਤੇ ਹੁਣ ਤੁਸੀਂ ਕਈ ਮਹੀਨਿਆਂ ਤੋਂ ਗੁਰੂ ਘਰ ਜਾ ਕੇ ਗੁਰਬਾਣੀ ਦਾ ਜਾਪ ਕਰ ਰਹੇ ਹੋ। ਉਸ ਦੇ ਕਾਰਨ ਉਸ ਦੀ ਗਤੀ ਹੋ ਗਈ ਹੈ। ਇਸ ਲਈ ਉਹ ਸਰੋਵਰ ਦੇ ਵਿੱਚ ਤੁਹਾਨੂੰ ਦਰਸ਼ਨ ਦੇ ਕੇ ਤੁਹਾਡਾ ਧੰਨਵਾਦ ਕਰਨ ਆਈ ਸੀ, ਕਿਉਂਕਿ ਕਈ ਸਾਲਾਂ ਤੋਂ ਬਾਅਦ ਉਸ ਦੀ ਗਤੀ ਹੋਈ ਸੀ। ਤੇ ਇਹ ਸਭ ਹੋਣ ਤੋਂ ਬਾਅਦ ਮੈਨੂੰ ਨੌਕਰੀ ਮਿਲੀ ਤੇ ਅੱਜ ਮੈਂ ਪੁਰਤਗਾਲ ਦੇ ਵਿੱਚ ਇੱਕ ਰੈਸਟੋਰੈਂਟ ਦਾ ਮਾਲਕ ਹਾਂ। ਇਹ ਕਹਾਣੀ ਕਈਆਂ ਨੂੰ ਮਜ਼ਾਕ ਦਾ ਪਾਤਰ ਲੱਗੇਗੀ, ਪਰ ਜਿਨ੍ਹਾਂ ਦੇ ਨਾਲ ਬੀਤਦੀ ਹੈ ਉਹੀ ਜਾਣਦੇ ਨੇ। ਇਸ ਤਰ੍ਹਾਂ ਦੀ ਵੀਡੀਓ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ। ਨਵੀਂ ਵੀਡੀਓ ਲੈ ਕੇ ਜਲਦੀ ਹੀ ਆਵਾਂਗੇ। ਉਦੋਂ ਤੱਕ ਦੇ ਲਈ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਕੁਝ ਦਿਨ ਬਾਅਦ ਹੀ ਮੈਨੂੰ ਅਜੀਬ ਸੁਪਨੇ ਆਉਣ ਲੱਗੇ। 1-2 ਦਿਨ ਤੇ ਫਿਰ ਪੂਰਾ ਹਫਤਾ, ਹੌਲੀ-ਹੌਲੀ ਕਰ ਪੂਰਾ ਮਹੀਨਾ ਮੈਨੂੰ ਸੁਪਨੇ ਦੇ ਵਿੱਚ ਡਰਾਵਣੀਆਂ ਚੀਜ਼ਾਂ ਦਿਖਾਈ ਦਿੰਦੀਆਂ ਸੀ, ਹੋਰ ਕੁਝ ਵੀ ਨਹੀਂ। ਨੀਂਦ ਦੇ ਵਿੱਚ ਡਰ ਕੇ ਉੱਠਦੀ ਸੀ, ਕੱਪੜੇ ਪਸੀਨੇ ਨਾਲ ਭਰ ਜਾਂਦੇ ਸੀ। ਹੈਰਾਨੀ ਵਾਲੀ ਗੱਲ ਤਾਂ ਇਹ ਸੀ ਕਿ ਵਿਆਹ ਤੋਂ ਬਾਅਦ ਲਗਾਤਾਰ ਸਾਲ ਤੋਂ ਵੀ ਜ਼ਿਆਦਾ ਇਦਾਂ ਹੀ ਚੱਲਦਾ ਰਿਹਾ। ਹੁਣ ਮੈਂ ਆਪਣੇ ਘਰ ਵਾਲੇ ਨੂੰ ਕੀ ਦੱਸਦੀ ਤੇ ਆਖਰ ਮੈਨੂੰ ਉਹਨਾਂ ਸੁਪਨਿਆਂ ਦੀ ਆਦਤ ਹੀ ਪੈ ਗਈ। ਹੌਲੀ-ਹੌਲੀ ਸਮਾਂ ਲੰਘਦਾ ਗਿਆ। ਇੱਕ ਦਿਨ ਮੇਰੇ ਪਤੀ ਨੇ ਮੈਨੂੰ ਕਿਹਾ ਕਿ ਮੈਂ ਇਮਾਨਦਾਰੀ ਦੇ ਨਾਲ ਮਿਹਨਤ ਵੀ ਕਰਦਾ ਹਾਂ, ਆਪਣਾ ਕੰਮ ਵੀ ਪੂਰਾ ਕਰਦਾ ਹਾਂ, ਪਰ ਗਰੀਬੀ ਦੂਰ ਨਹੀਂ ਹੁੰਦੀ। ਘਰ ਦਾ ਗੁਜ਼ਾਰਾ ਮਸਾਂ ਹੀ ਚੱਲਦਾ ਹੈ।